ਸੰਦੀਪ ਸਿੰਘ ਟਰੱਕ ਡਰਾਈਵਰੀ ਦਾ ਕੰਮ ਕਰਦਾ ਹੈ। ਵਿਆਹ ਤੋਂ ਪਹਿਲਾਂ ਉਸਦੇ ਘਰ ਦੇ ਹਾਲਾਤ ਖੁਸ਼ਹਾਲ ਸੀ, ਠੀਕ ਸੀ। ਉਹ ਦੱਸਦਾ ਹੈ ਕਿ ਮੇਰਾ ਸਰੀਰ ਬਹੁਤ ਸੋਹਣਾ ਹੁੰਦਾ ਸੀ, ਮੈਂ ਮੁੱਛ ਖੜੀ ਕਰਕੇ ਚੱਲਦਾ ਹੁੰਦਾ ਸੀ ਤੇ 4 ਲੋਕ ਮੇਰੇ ਵੱਲ ਦੇਖਦੇ ਹੁੰਦੇ ਸੀ। ਡਰਾਈਵਰੀ ਕਰਦੇ ਹੋਏ ਵੀ ਕਿਸੇ ਤਰੀਕੇ ਦੇ ਨਾਲ ਉਸਨੇ ਆਪਣੇ ਘਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚਲਾਈ ਰੱਖਿਆ ਤੇ ਉਸ ਤੋਂ ਬਾਅਦ ਇੱਕ ਕੁੜੀ ਉਹਦੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ। ਪਟਿਆਲਾ ਦੀ ਰਹਿਣ ਵਾਲੀ ਸੀ ਉਹ ਤੇ ਉਸ ਦੇ ਨਾਲ ਸੰਦੀਪ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਦੇ ਲਈ ਦੱਸਦਾ ਹੈ ਕਿ ਮੈਂ ਲੋਕਾਂ ਦੇ ਨਾਲ ਲੜ ਪੈਂਦਾ ਸੀ, ਮੈਂ ਕਦੇ ਉਹਨੂੰ ਕੁਝ ਕਹਿਣ ਨਹੀਂ ਦਿੱਤਾ। ਵਿਆਹ ਦੇ ਕੁਝ ਸਮਾਂ ਬੀਤਿਆ, ਘਰ ਦੇ ਵਿੱਚ ਕੋਈ ਬੱਚਾ ਨਹੀਂ ਹੋਇਆ, ਪਰ ਫਿਰ ਵੀ ਪਤੀ ਪਤਨੀ ਨੇ ਸੋਚਿਆ ਕਿ ਆਪਾਂ ਕਿਸੇ ਨੂੰ ਗੋਦ ਲੈ ਲਵਾਂਗੇ। ਇੱਕ ਸੋਹਣੀ ਜਿਹੀ ਧੀ ਨੂੰ ਗੋਦ ਲੈ ਲਿਆ ਗਿਆ ਤੇ ਹੁਣ ਵਿਆਹ ਨੂੰ ਕਰੀਬ 12 ਸਾਲ ਹੋ ਚੁੱਕੇ ਸੀ। ਟਰੱਕ ਡਰਾਈਵਰੀ ਕਰਦਾ ਸੰਦੀਪ ਦੱਸਦਾ ਹੈ ਕਿ ਸਾਡੇ ਘਰ ਦੇ ਹਾਲਾਤ ਇਸ ਸਮੇਂ ਇਸ ਔਰਤ ਕਰਕੇ ਇੰਨੇ ਮਾੜੇ ਹੋ ਗਏ ਨੇ ਕਿ ਮੇਰਾ ਔਰਤਾਂ ਤੋਂ ਭਰੋਸਾ ਉੱਠ ਚੁੱਕਿਆ। ਮੈਂ ਹੀ ਕਹੂੰਗਾ ਕਿ ਔਰਤਾਂ ਦੇ ਉੱਪਰ ਭਰੋਸਾ ਨਾ ਕੀਤਾ ਜਾਵੇ। ਬੀਤੇ ਦਿਨ ਵੀ ਉਹ ਸਾਡੇ ਘਰ ਆਈ ਸੀ ਤੇ ਰਾਸ਼ਨ ਲੈ ਕੇ ਚਲੀ ਗਈ, ਜਿਹੜਾ ਵੀ ਸਰਕਾਰੀ ਰਾਸ਼ਨ ਮਿਲਿਆ ਸੀ। ਸੰਦੀਪ ਦੱਸਦਾ ਹੈ ਕਿ ਮੇਰੀ ਮਾਂ ਨੇ ਇਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਮੇਰੀ ਪਤਨੀ ਨਹੀਂ ਰੁਕੀ, ਉਹ ਚਲੀ ਗਈ ਤੇ ਹੁਣ ਮੈਂ ਵੀ ਚਲਾ ਜਾਵਾਂ। ਇਹੋ ਜਿਹਾ ਦੁੱਖ ਭਰਿਆ ਨੋਟ ਲਿਖ ਕੇ, ਇਹੋ ਜਿਹੀ ਦੁੱਖ ਭਰੀ ਵੀਡੀਓ ਬਣਾ ਕੇ ਉਹ ਇਸ ਦੁਨੀਆ ਤੋਂ ਚਲਾ ਗਿਆ। ਉਹ ਦੱਸਦਾ ਹੈ ਕਿ ਮੇਰੇ ਵਿਆਹ ਨੂੰ 12 ਸਾਲ ਹੋ ਗਏ ਸੀ, ਪਰ ਮੇਰੀ ਧੀ ਦੇ ਨਾਲ ਕਰੀਬ 10-15 ਦਿਨਾਂ ਤੋਂ ਗੱਲਬਾਤ ਨਹੀਂ ਹੋ ਰਹੀ। ਉਹ ਮਾਸੂਮ ਧੀ ਜਿਹਨੂੰ ਗੋਦ ਲਿਆ ਸੀ, ਪਰ ਉਹ ਹੱਦੋਂ ਵੱਧ ਪਿਆਰੀ ਸੀ ਪਤੀ ਪਤਨੀ ਦੋਵਾਂ ਨੂੰ ਹੀ। ਪਰ ਪਤੀ ਆਖਦਾ ਹੈ ਕਿ ਮੇਰੇ ਮੈਸੇजेस ਅਤੇ ਨੰਬਰ ਨੂੰ ਬਲੌਕ ਕਰ ਦਿੱਤਾ ਗਿਆ ਅਤੇ ਮੇਰਾ ਬੱਚੀ ਦੇ ਨਾਲ ਸੰਪਰਕ ਤੋੜ ਦਿੱਤਾ ਗਿਆ। ਸੰਦੀਪ ਦਾ ਇਹ ਵੀ ਕਹਿਣਾ ਹੈ ਕਿ ਮੇਰੀ ਪਤਨੀ ਹੋਟਲ ਦੇ ਵਿੱਚ ਕਮਰਾ ਲੈ ਕੇ ਰਹਿ ਰਹੀ ਹੈ ਤੇ ਮੈਨੂੰ ਇਹ ਵੀ ਯਕੀਨ ਹੈ ਕਿ ਉਹ ਇਕੱਲੀ ਤਾਂ ਉੱਥੇ ਰਹੇਗੀ ਨਹੀਂ, ਕਿਸੇ ਹੋਰ ਬੰਦੇ ਦੇ ਨਾਲ ਉਸਦੇ ਨਾਜਾਇਜ਼ ਸੰਬੰਧ ਨੇ ਜਿਹਦੇ ਨਾਲ ਉਹ ਹੋਟਲਾਂ ਦੇ ਵਿੱਚ ਰਹਿ ਰਹੀ ਹੈ। ਮੇਰੀ ਬੱਚੀ ਦੇ ਨਾਲ ਉਹਨੇ ਸੰਪਰਕ ਤੋੜਵਾ ਦਿੱਤਾ। ਮੇਰੇ ਘਰਦਿਆਂ ਤੋਂ ਮੈਨੂੰ ਅਲੱਗ ਕਰ ਦਿੱਤਾ ਗਿਆ ਸੀ ਕਿਉਂਕਿ ਵਿਆਹ ਤੋਂ ਬਾਅਦ ਹੀ ਮੇਰੀ ਸੱਸ ਨੇ ਸਾਨੂੰ ਅਲੱਗ ਰਹਿਣ ਦੀ ਸਲਾਹ ਦਿੱਤੀ ਤੇ ਅਸੀਂ ਦੂਰ ਹੋ ਗਏ। ਇੰਨਾ ਹੀ ਨਹੀਂ, ਸੰਦੀਪ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਮੈਂ ਆਪਣੇ ਸਹੁਰੇ ਘਰ ਦੇ ਵਿੱਚ ਗਿਆ ਤਾਂ ਉੱਥੇ ਕਮਰੇ ਦੇ ਵਿੱਚ ਬੰਦ ਕਰਕੇ ਆਂਢ ਗੁਆਂਢ ਦੇ ਲੋਕਾਂ ਨੂੰ ਬੁਲਾ ਕੇ ਮੇਰੇ ਨਾਲ ਕੁੱਟ-ਕਟਾਪਾ ਕੀਤਾ ਗਿਆ, ਜਿਸ ਦੀ FIR ਮੈਂ ਪਟਿਆਲਾ ਪੁਲਿਸ ਨੂੰ ਦਿੱਤੀ ਸੀ। ਲਿਖਵਾਈ ਵੀ ਗਈ ਸੀ, ਉਹ ਪਟਿਆਲਾ ਪੁਲਿਸ ਦੇ ਕੋਲ ਲਿਖੀ ਗਈ ਸੀ, ਪਰ ਉਸ ਦੀ ਕੋਈ ਵੀ ਕਾਰਵਾਈ ਨਹੀਂ ਹੋਈ। ਅੰਤ ਨੂੰ ਦੁਖੀ ਹੋ ਕੇ ਸੰਦੀਪ ਇਹ ਦੁਨੀਆ ਛੱਡ ਗਿਆ, ਪਰ ਉਹ ਇਸ ਸਮੇਂ ਇਸ ਉਮੀਦ ਦੇ ਨਾਲ ਇਸ ਵੀਡੀਓ ਨੂੰ ਬਣਾ ਰਿਹਾ ਸੀ ਕਿ ਸ਼ਾਇਦ ਮੇਰੀ ਮਰਨ ਤੋਂ ਬਾਅਦ ਹੀ ਮੈਨੂੰ ਇਨਸਾਫ ਮਿਲ ਜਾਵੇ। ਪਤਨੀ ਜੋ ਕਿ ਪਟਿਆਲੇ ਦੀ ਰਹਿਣ ਵਾਲੀ ਹੈ, ਯਕੀਨਨ ਕੁਝ ਨਾ ਕੁਝ ਗੱਲਾਂ ਉਹਦੇ ਜ਼ਿਹਨ ਦੇ ਵਿੱਚ, ਉਹਦੀ ਜ਼ਿੰਦਗੀ ਦੇ ਵਿੱਚ ਘਟੀਆਂ ਹੋਈਆਂ ਹੋਣਗੀਆਂ, ਪਰ ਜਿਹੜਾ ਕੁਝ ਇਸ ਸਮੇਂ ਸੰਦੀਪ ਨੇ ਕਰ ਦਿੱਤਾ ਅਤੇ ਜੋ ਕੁਝ ਦੱਸਿਆ ਜਾ ਰਿਹਾ ਹੈ ਉਹ ਬੇਹੱਦ ਹੀ ਸੰਗੀਨ ਹੈ, ਬਹੁਤ ਹੀ ਵੱਡੀਆਂ ਗੱਲਾਂ ਨੇ। ਪਰ ਖੈਰ, ਜਾਂਚ ਪੜਤਾਲ ਹੋਵੇਗੀ ਹੁਣ, ਕਿਉਂਕਿ ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਕੈਮਰੇ ਦੇ ਸਾਹਮਣੇ ਆ ਕੇ ਦੱਸ ਰਹੇ ਨੇ ਕਿ ਘਰ ਦੇ ਵਿੱਚ ਕੀ ਕੁਝ ਹੁੰਦਾ ਸੀ। ਇਸ ਤੋਂ ਬਾਅਦ ਉਹ ਆਪਣੇ ਪੁੱਤ ਲਈ ਇਨਸਾਫ ਮੰਗਦੇ ਨੇ ਅਤੇ ਆਪਣੀ ਨੂੰਹ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਬਣਦੀ ਕਾਰਵਾਈ ਦੀ ਮੰਗ ਕਰ ਰਹੇ ਨੇ। मैं बलविंदर सिंह बोल रहा हूँ जी, मिठापुर से। तो जो मेरा लड़का है संदीप सिंह और उसकी बहू, उनका आपस में विवाद चलता था, तो उसके चक्कर में मतलब कि लड़के ने, मेरा लड़का था, लड़के का नाम संदीप सिंह है और बहू का नाम मंजीत कौर है। ठीक है, आपस में उन्हें नहीं बनी कभी, तो इस चक्कर में मतलब मामला पुलिस में मामला दर्ज? हाँ जी, मामला पुलिस में कर दिया, तो आगे तफ्तीश करेंगे पुलिस वाले। मैं सरपंच बलदेवराज, गांव मिठापुर। ये संदीप और उनकी वाइफ का काफ़ी दिनों से आपसी झगड़ा चल रहा था। कई बार इनका केस कोर्ट में भी गया, लेकिन ये लड़का बहुत दिनों से परेशान होकर आखिर में इन्होंने अपने आत्महत्या का सोच लिया, जिसकी वजह से कल लगभग 8 बजे इन्होंने अपने और एक नोट वीडियो भी बना के छोड़ के गया है दोषियों के खिलाफ, जिन्होंने इसको मरने के लिए उकसाया गया। पुलिस में मामला दर्ज कर दिया? पुलिस में मामला दर्ज कराया और FIR दर्ज हो गई है, अभी तफ्तीश जारी है। ये ससुराल पक्ष के ऊपर पूरी मेन वही है, बहू मंजीत कौर है, जिनका आपस में सूचना मिली थी कि संदीप स्नो बलविंदर सिंह ने सल्फास जहरीला पदार्थ खा के आत्महत्या कर लिया। जिस सूचना पर पुलिस मौके पर पहुंची थी और मृतक की डेड
को सिविल हॉस्पिटल अम्बाड़ा कैंट रखवाया गया था और उसके फादर ने स्टेटमेंट दी है। स्टेटमेंट के आधार पर नियमानुसार कार्रवाई की गई है। पता चला है कि जो मृतक संदीप है और उसकी घरवाली के बीच में डिस्प्यूट रहता था। एक वीडियो भी सामने आई है, पुलिस जांच कर रही है। जैसे भी तथ्य सामने आएंगे उसके आधार पर कार्रवाई की जाएगी। ਸੰਦੀਪ ਸਿੰਘ ਟਰੱਕ ਡਰਾਈਵਰੀ ਦਾ ਕੰਮ ਕਰਦਾ। ਵਿਆਹ ਤੋਂ ਪਹਿਲਾਂ ਉਸਦੇ ਘਰ ਦੇ ਹਾਲਾਤ ਖੁਸ਼ਹਾਲ ਸੀ, ਠੀਕ ਸੀ। ਉਹ ਦੱਸਦਾ ਹੈ ਕਿ ਮੇਰਾ ਸਰੀਰ ਬਹੁਤ ਸੋਹਣਾ ਹੁੰਦਾ ਸੀ, ਮੈਂ ਮੁੱਛ ਖੜੀ ਕਰਕੇ ਚੱਲਦਾ ਹੁੰਦਾ ਸੀ ਤੇ 4 ਲੋਕ ਮੇਰੇ ਵੱਲ ਦੇਖਦੇ ਹੁੰਦੇ ਸੀ। ਡਰਾਈਵਰੀ ਕਰਦੇ ਹੋਏ ਵੀ ਕਿਸੇ ਤਰੀਕੇ ਦੇ ਨਾਲ ਉਸਨੇ ਆਪਣੇ ਘਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚਲਾਈ ਰੱਖਿਆ ਤੇ ਉਸ ਤੋਂ ਬਾਅਦ ਇੱਕ ਕੁੜੀ ਉਹਦੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ। ਪਟਿਆਲਾ ਦੀ ਰਹਿਣ ਵਾਲੀ ਸੀ ਉਹ ਤੇ ਉਸ ਦੇ ਨਾਲ ਸੰਦੀਪ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਦੇ ਲਈ ਦੱਸਦਾ ਹੈ ਕਿ ਮੈਂ ਲੋਕਾਂ ਦੇ ਨਾਲ ਲੜ ਪੈਂਦਾ ਸੀ, ਮੈਂ ਕਦੇ ਉਹਨੂੰ ਕੁਝ ਕਹਿਣ ਨਹੀਂ ਦਿੱਤਾ। ਵਿਆਹ ਦੇ ਕੁਝ ਸਮਾਂ ਬੀਤਿਆ, ਘਰ ਦੇ ਵਿੱਚ ਕੋਈ ਬੱਚਾ ਨਹੀਂ ਹੋਇਆ, ਪਰ ਫਿਰ ਵੀ ਪਤੀ ਪਤਨੀ ਨੇ ਸੋਚਿਆ ਕਿ ਆਪਾਂ ਕਿਸੇ ਨੂੰ ਗੋਦ ਲੈ ਲਵਾਂਗੇ। ਇੱਕ ਸੋਹਣੀ ਜਿਹੀ ਧੀ ਨੂੰ ਗੋਦ ਲੈ ਲਿਆ ਗਿਆ ਤੇ ਹੁਣ ਵਿਆਹ ਨੂੰ ਕਰੀਬ 12 ਸਾਲ ਹੋ ਚੁੱਕੇ ਸੀ। ਟਰੱਕ ਡਰਾਈਵਰੀ ਕਰਦਾ ਸੰਦੀਪ ਦੱਸਦਾ ਹੈ ਕਿ ਸਾਡੇ ਘਰ ਦੇ ਹਾਲਾਤ ਇਸ ਸਮੇਂ ਇਸ ਔਰਤ ਕਰਕੇ ਇੰਨੇ ਮਾੜੇ ਹੋ ਗਏ ਨੇ ਕਿ ਮੇਰਾ ਔਰਤਾਂ ਤੋਂ ਭਰੋਸਾ ਉੱਠ ਚੁੱਕਿਆ। ਮੈਂ ਹੀ ਕਹੂੰਗਾ ਕਿ ਔਰਤਾਂ ਦੇ ਉੱਪਰ ਭਰੋਸਾ ਨਾ ਕੀਤਾ ਜਾਵੇ। ਬੀਤੇ ਦਿਨ ਵੀ ਉਹ ਸਾਡੇ ਘਰ ਆਈ ਸੀ ਤੇ ਰਾਸ਼ਨ ਲੈ ਕੇ ਚਲੀ ਗਈ, ਜਿਹੜਾ ਵੀ ਸਰਕਾਰੀ ਰਾਸ਼ਨ ਮਿਲਿਆ ਸੀ। ਸੰਦੀਪ ਦੱਸਦਾ ਹੈ ਕਿ ਮੇਰੀ ਮਾਂ ਨੇ ਇਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੀ ਪਤਨੀ ਨਹੀਂ ਰੁਕੀ, ਉਹ ਚਲੀ ਗਈ ਤੇ ਹੁਣ ਮੈਂ ਵੀ ਚਲਾ ਜਾਵਾਂ। ਇਹੋ ਜਿਹਾ ਦੁੱਖ ਭਰਿਆ ਨੋਟ ਲਿਖ ਕੇ, ਇਹੋ ਜਿਹੀ ਦੁੱਖ ਭਰੀ ਵੀਡੀਓ ਬਣਾ ਕੇ ਉਹ ਇਸ ਦੁਨੀਆ ਤੋਂ ਚਲਾ ਗਿਆ। ਉਹ ਦੱਸਦਾ ਹੈ ਕਿ ਮੇਰੇ ਵਿਆਹ ਨੂੰ 12 ਸਾਲ ਹੋ ਗਏ ਸੀ ਪਰ ਮੇਰੀ ਧੀ ਦੇ ਨਾਲ ਕਰੀਬ 10-15 ਦਿਨਾਂ ਤੋਂ ਗੱਲਬਾਤ ਨਹੀਂ ਹੋ ਰਹੀ। ਉਹ ਮਾਸੂਮ ਧੀ ਜਿਹਨੂੰ ਗੋਦ ਲਿਆ ਸੀ ਪਰ ਉਹ ਹੱਦੋਂ ਵੱਧ ਪਿਆਰੀ ਸੀ ਪਤੀ ਪਤਨੀ ਦੋਵਾਂ ਨੂੰ ਹੀ। ਪਰ ਪਤੀ ਆਖਦਾ ਹੈ ਕਿ ਮੇਰੇ ਮੈਸੇजेस ਅਤੇ ਨੰਬਰ ਨੂੰ ਬਲੌਕ ਕਰ ਦਿੱਤਾ ਗਿਆ ਅਤੇ ਮੇਰਾ ਬੱਚੀ ਦੇ ਨਾਲ ਸੰਪਰਕ ਤੋੜ ਦਿੱਤਾ ਗਿਆ। ਸੰਦੀਪ ਦਾ ਇਹ ਵੀ ਕਹਿਣਾ ਹੈ ਕਿ ਮੇਰੀ ਪਤਨੀ ਹੋਟਲ ਦੇ ਵਿੱਚ ਕਮਰਾ ਲੈ ਕੇ ਰਹਿ ਰਹੀ ਹੈ ਤੇ ਮੈਨੂੰ ਇਹ ਵੀ ਯਕੀਨ ਹੈ ਕਿ ਉਹ ਇਕੱਲੀ ਤਾਂ ਉੱਥੇ ਰਹੇਗੀ ਨਹੀਂ, ਕਿਸੇ ਹੋਰ ਬੰਦੇ ਦੇ ਨਾਲ ਉਸਦੇ ਨਾਜਾਇਜ਼ ਸੰਬੰਧ ਨੇ ਜਿਹਦੇ ਨਾਲ ਉਹ ਹੋਟਲਾਂ ਦੇ ਵਿੱਚ ਰਹਿ ਰਹੀ ਹੈ। ਮੇਰੀ ਬੱਚੀ ਦੇ ਨਾਲ ਉਹਨੇ ਸੰਪਰਕ ਤੋੜਵਾ ਦਿੱਤਾ। ਮੇਰੇ ਘਰਦਿਆਂ ਤੋਂ ਮੈਨੂੰ ਅਲੱਗ ਕਰ ਦਿੱਤਾ ਗਿਆ ਸੀ ਕਿਉਂਕਿ ਵਿਆਹ ਤੋਂ ਬਾਅਦ ਹੀ ਮੇਰੀ ਸੱਸ ਨੇ ਸਾਨੂੰ ਅਲੱਗ ਰਹਿਣ ਦੀ ਸਲਾਹ ਦਿੱਤੀ ਤੇ ਅਸੀਂ ਦੂਰ ਹੋ ਗਏ। ਇੰਨਾ ਹੀ ਨਹੀਂ, ਸੰਦੀਪ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਮੈਂ ਆਪਣੇ ਸਹੁਰੇ ਘਰ ਦੇ ਵਿੱਚ ਗਿਆ ਤਾਂ ਉੱਥੇ ਕਮਰੇ ਦੇ ਵਿੱਚ ਬੰਦ ਕਰਕੇ ਆਂਢ ਗੁਆਂਢ ਦੇ ਲੋਕਾਂ ਨੂੰ ਬੁਲਾ ਕੇ ਮੇਰੇ ਨਾਲ ਕੁੱਟ-ਕਟਾਪਾ ਕੀਤਾ ਗਿਆ, ਜਿਸ ਦੀ FIR ਮੈਂ ਪਟਿਆਲਾ ਪੁਲਿਸ ਤੋਂ ਦਿੱਤੀ ਸੀ। ਲਿਖਵਾਈ ਵੀ ਗਈ ਸੀ, ਉਹ ਪਟਿਆਲਾ ਪੁਲਿਸ ਦੇ ਕੋਲ ਲਿਖੀ ਗਈ ਸੀ ਪਰ ਉਸ ਦੀ ਕੋਈ ਵੀ ਕਾਰਵਾਈ ਨਹੀਂ ਹੋਈ। ਅੰਤ ਨੂੰ ਦੁਖੀ ਹੋ ਕੇ ਸੰਦੀਪ ਇਹ ਦੁਨੀਆ ਛੱਡ ਗਿਆ ਪਰ ਉਹ ਇਸ ਸਮੇਂ ਇਸ ਉਮੀਦ ਦੇ ਨਾਲ ਇਸ ਵੀਡੀਓ ਨੂੰ ਬਣਾ ਰਿਹਾ ਸੀ ਕਿ ਸ਼ਾਇਦ ਮੇਰੀ ਮਰਨ ਤੋਂ ਬਾਅਦ ਹੀ ਮੈਨੂੰ ਇਨਸਾਫ ਮਿਲ ਜਾਵੇ। ਪਤਨੀ ਜੋ ਕਿ ਪਟਿਆਲੇ ਦੀ ਰਹਿਣ ਵਾਲੀ ਹੈ, ਯਕੀਨਨ ਕੁਛ ਨਾ ਕੁਛ ਗੱਲਾਂ ਉਹਦੇ ਜ਼ਹਿਨ ਦੇ ਵਿੱਚ, ਉਹਦੀ ਜ਼ਿੰਦਗੀ ਦੇ ਵਿੱਚ ਘਟੀਆਂ ਹੋਈਆਂ ਹੋਣਗੀਆਂ ਪਰ ਜਿਹੜਾ ਕੁਝ ਇਸ ਸਮੇਂ ਸੰਦੀਪ ਨੇ ਕਰ ਦਿੱਤਾ ਅਤੇ ਜੋ ਕੁਝ ਦੱਸਿਆ ਜਾ ਰਿਹਾ ਹੈ ਉਹ ਬੇहद ਹੀ ਸੰਗੀਨ ਹੈ, ਬਹੁਤ ਹੀ ਵੱਡੀਆਂ ਗੱਲਾਂ ਨੇ। ਪਰ ਖੈਰ ਜਾਂਚ ਪੜਤਾਲ ਹੋਵੇਗੀ ਹੁਣ, ਕਿਉਂਕਿ ਸੰਦੀਪ ਦੇ ਪਿਤਾ ਬਲਵਿੰਦਰ ਸਿੰਘ ਕੈਮਰੇ ਦੇ ਸਾਹਮਣੇ ਆ ਕੇ ਦੱਸ ਰਹੇ ਨੇ ਕਿ ਘਰ ਦੇ ਵਿੱਚ ਕੀ ਕੁਝ ਹੁੰਦਾ ਸੀ। ਇਸ ਤੋਂ ਬਾਅਦ ਉਹ ਆਪਣੇ ਪੁੱਤ ਲਈ ਇਨਸਾਫ ਮੰਗਦੇ ਨੇ ਅਤੇ ਆਪਣੀ ਨੂੰਹ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਬਣਦੀ ਕਾਰਵਾਈ ਦੀ ਮੰਗ ਕਰ ਰਹੇ ਨੇ।